वीडियो देखने तो पहला मेरे चैनल ਨੂੰ सब्सक्राइब करो ਅਤੇ ਨਾਲ ਲੱਗੇ ਬੈਲ ਦੇ ਆਈਕਨ ਤੇ ਕਲਿੱਕ ਕਰੋ। सत श्री अकाल दोस्तों, की तुसी कदी सोचिया है आपां दुख मंगदे तां नहीं हां, फिर इन्ने दुख आपां नूं आउंदे क्यों हन। दोस्तों, की तुसी किसे नूं कुछ ऐसा दे सकदे हो जो तुहाडे कोले ना होवे? नहीं ना, बस यही कुदरत दा नियम है। जदों आपां किसे लई दुख मंगदे हां, पहलां अपने कोल दुख होना जरूरी है, फिर ही उस बंदे नूं दे पावांगे। अब्राहम लिंकन दा कहना सी, तुहाडा सुख अते तुहाडा दुख तुहाडे ते ही निर्भर करदा है। तुसी सुखी रहना है या दुखी, इस गल दा फैसला तुहानूं आप ही करना पवेगा। कोई भी बाहरी दुनिया दा शख्स तुहाडी इस विच मदद नहीं कर सकदा। कहंदे ने दुख तां सब दी जिंदगी च आउणा चाहीदा है। ਇਹਦੇ ਦੋ ਬਹੁਤ ਵੱਡੇ ਫਾਇਦੇ ਹੁੰਦੇ ਹਨ। ਪਹਿਲਾ, ਦੁੱਖ ਵੇਲੇ ਪਤਾ ਲੱਗ ਜਾਂਦਾ ਹੈ ਕਿ ਤੁਹਾਡਾ ਅਸਲ ਵਿੱਚ ਕੌਣ ਹੈ ਅਤੇ ਕੌਣ ਨਹੀਂ। ਦੂਜਾ ਫਾਇਦਾ ਇਹ ਹੈ ਕਿ ਦੁੱਖਾਂ ਤੋਂ ਬਾਅਦ ਤੁਹਾਨੂੰ ਆਪਦੇ ਆਪ ਤੇ ਭਰੋਸਾ ਹੋ ਜਾਂਦਾ ਹੈ, ਆਪਦੀ ਕਾਬਲੀਅਤ ਦਾ ਪਤਾ ਚੱਲ ਜਾਂਦਾ ਹੈ। ਅੱਜ ਦੀ ਦੁਨੀਆ ਵਿੱਚ ਜਿਹਦੇ ਕੋਲੇ ਕੁਝ ਨਹੀਂ ਹੈ ਉਹ ਤਾਂ ਦੁਖੀ ਹੈ ਹੀ, ਪਰ ਜਿਸ ਕੋਲੇ ਸਭ ਕੁਝ ਹੈ ਉਹ ਵੀ ਦੁਖੀ ਹੈ। ਇੱਕ ਸੇਠ ਬਹੁਤ ਪਰੇਸ਼ਾਨ ਰਹਿੰਦਾ ਸੀ। ਇੱਕ ਦਿਨ ਉਸ ਦਾ ਦੋਸਤ ਉਸ ਦੇ ਘਰ ਮਿਲਣ ਆਇਆ। ਇਸ ਨੂੰ ਹੈਰਾਨ ਪਰੇਸ਼ਾਨ ਦੇਖ ਕੇ ਪੁੱਛਣ ਲੱਗਾ, ਕੀ ਹੋਇਆ, ਤੂੰ ਇੰਨਾ ਪਰੇਸ਼ਾਨ ਕਿਉਂ ਲੱਗ ਰਿਹਾ ਹੈ? ਸੇਠ ਕਹਿੰਦਾ, ਪੁੱਛਣਾ ਯਾਰ, ਮੇਰਾ 5 ਲੱਖ ਦਾ ਨੁਕਸਾਨ ਹੋ ਗਿਆ। ਇਹ ਗੱਲ ਸੁਣ ਕੇ ਇਸ ਮਿੱਤਰ ਨੂੰ ਵੀ ਬਹੁਤ ਬੁਰਾ ਲੱਗਿਆ। ਇਹਨਾਂ ਦੇ ਪਾਸ ਹੀ ਇਸ ਸੇਠ ਦੀ ਘਰਵਾਲੀ ਬੈਠੀ ਸੀ। ਉਹ ਕਹਿਣ ਲੱਗੀ, ਕੋਈ ਨੁਕਸਾਨ ਨਹੀਂ ਹੋਇਆ ਵੀਰ ਜੀ, ਸਗੋਂ ਸਾਨੂੰ ਤਾਂ 5 ਲੱਖ ਦਾ ਫਾਇਦਾ ਹੀ ਹੋਇਆ ਹੈ। ਇਹ ਮਿੱਤਰ ਬਹੁਤ ਅਸਮੰਜਸ ਵਿੱਚ ਆ ਕੇ ਪੁੱਛਦਾ ਹੈ, ਇਹ ਕੀ ਗੱਲ ਬਣੀ? ਇੱਕ ਕਹਿ ਰਿਹਾ ਹੈ ਨੁਕਸਾਨ ਹੋ ਗਿਆ, ਦੂਜਾ ਕਹਿ ਰਿਹਾ ਹੈ ਫਾਇਦਾ ਹੋ ਗਿਆ। ਅਸਲ ਕਹਾਣੀ ਕੀ ਹੈ? ਘਰਵਾਲੀ ਦੱਸਦੀ ਹੋਈ ਕਹਿੰਦੀ ਹੈ, ਵੀਰ ਜੀ, ਇਹਨਾਂ ਨੇ ਬਹੁਤ ਸਾਲ ਪਹਿਲਾਂ ਕਿਸੇ ਕੰਪਨੀ ਵਿੱਚ ਥੋੜੇ ਜਿਹੇ ਪੈਸੇ ਇਨਵੈਸਟ ਕੀਤੇ ਸਨ। ਕੁਝ ਦਿਨ ਬਾਅਦ ਹੀ ਉਹ ਕੰਪਨੀ ਬੰਦ ਹੋ ਗਈ। ਕਰੀਬ 10 ਸਾਲ ਬਾਅਦ 1 ਮਹੀਨੇ ਪਹਿਲਾਂ ਇਹਨਾਂ ਨੂੰ ਉਸ ਕੰਪਨੀ ਦੀ ਚਿੱਠੀ ਆਈ ਕਿ ਤੁਹਾਡੇ ਪੈਸੇ ਪ੍ਰੋਫਿਟ ਦੇ ਸਮੇਤ ਤੁਹਾਨੂੰ ਮਿਲ ਜਾਣਗੇ। ਬਸ ਜਦੋਂ ਦੀ ਚਿੱਠੀ ਆਈ, ਇਹ ਉਮੀਦ ਲਗਾ ਕੇ ਬੈਠੇ ਸਨ ਕਿ ਘੱਟੋ ਘੱਟ 10 ਲੱਖ ਤਾਂ ਆਊਗਾ ਹੀ ਆਊਗਾ, ਅਤੇ ਮਿਲਿਆ 5 ਹੀ। ਬਸ ਇਸੇ ਗੱਲ ਦਾ ਦੁੱਖ ਸਤਾ ਰਿਹਾ ਹੈ ਇਹਨਾਂ ਨੂੰ। ਦਰਅਸਲ ਅੱਜ ਦੇ ਇਨਸਾਨ ਕੋਲੇ ਹੋਵੇ ਨਾ ਹੋਵੇ, ਆ ਗਿਆ ਤੇ ਭਾਵੇਂ ਚਲਾ ਗਿਆ, ਫਰਕ ਹੀ ਨਹੀਂ ਪੈਂਦਾ, ਕਿਉਂਕਿ ਰਹਿਣਾ ਤਾਂ ਅਸੀਂ ਦੁਖੀ ਹੀ ਹੈ। ਦੋਸਤੋ, ਦੇਖਿਆ ਜਾਏ ਤਾਂ ਮਨੁੱਖਾਂ ਦੀ ਇਹ ਆਦਤ ਹੀ ਹੈ, ਜੋ ਮਿਲ ਜਾਂਦਾ ਹੈ ਉਹਦੇ 'ਚ ਸੰਤੁਸ਼ਟ ਨਹੀਂ ਹੁੰਦਾ। ਕੀ ਤੁਹਾਨੂੰ ਪਤਾ ਹੈ, ਦੁੱਖ ਜਿੰਨਾ ਵੀ ਸਾਨੂੰ ਆਉਂਦਾ ਹੈ ਉਹ ਅਸਲ ਵਿੱਚ ਵਰਦਾਨ ਹੀ ਹੁੰਦਾ ਹੈ, ਸਾਨੂੰ ਵਧੀਆ ਬਣਾਉਣ ਦੇ ਲਈ, ਸਾਨੂੰ ਤਰਾਸ਼ਣ ਦੇ ਲਈ। ਪਰ ਅਸੀਂ ਸਮਝਦੇ ਨਹੀਂ, ਮੁਸੀਬਤਾਂ ਜਿੰਨੀਆਂ ਜ਼ਿਆਦਾ ਹੋਣਗੀਆਂ ਓਨੇ ਹੀ ਜ਼ਿਆਦਾ ਅਸੀਂ ਨਿਖਰਾਂਗੇ। ਸ਼ਾਇਦ ਇਹੀ ਕਾਰਨ ਹੈ ਬੱਚਿਆਂ ਨੂੰ ਬਚਪਨ ਤੋਂ ਹੀ ਸਕੂਲ ਵਿੱਚ ਪਰਚੇ ਪਾਏ ਜਾਂਦੇ ਹਨ, ਤਾਂ ਕਿ ਉਹ ਮੁਸੀਬਤਾਂ ਚੋਂ ਨਿਕਲਣ ਦੀ ਜਾਂਚ ਸਿੱਖ ਸਕਣ, ਔਖੇ ਸਮੇਂ ਤੋਂ, ਦੁੱਖ ਦੀ ਘੜੀ ਤੋਂ ਕੁਝ ਸਿੱਖ ਸਕਣ, ਉਹਨਾਂ ਦਾ ਸਾਹਮਣਾ ਕਰ ਸਕਣ। ਦੋਸਤੋ, ਨਾ ਤਾਂ ਸੁੱਖ ਸਦਾ ਰਹਿੰਦਾ ਹੈ ਅਤੇ ਨਾ ਹੀ ਦੁੱਖ ਨੇ ਸਦਾ ਰਹਿਣਾ ਹੈ। ਦੁੱਖ ਜਾਏਗਾ ਜ਼ਰੂਰ, ਪਰ ਜਾਂਦਾ ਹੋਇਆ ਦੁੱਖ ਕਈ ਵਾਰ ਜ਼ਿੰਦਗੀ ਨੂੰ ਪਲਟ ਦਿੰਦਾ ਹੈ। ਧਰੁਵ ਆਪਣੇ ਪਿਤਾ ਦੀ ਗੋਦ ਵਿੱਚ ਬੈਠਾ ਹੋਇਆ ਸੀ ਜਦੋਂ ਉਸ ਦੀ ਮਤਰੇਈ ਮਾਂ ਨੇ ਆ ਕੇ ਉਸ ਨੂੰ ਪਿਤਾ ਦੀ ਗੋਦ ਵਿੱਚੋਂ ਉਠਾ ਕੇ ਪਰਾਂ ਕਰ ਦਿੱਤਾ। ਦੁੱਖ ਤਾਂ ਸ਼ਾਇਦ ਧਰੁਵ ਨੂੰ ਵੀ ਉਦੋਂ ਬਹੁਤ ਹੋਇਆ ਹੋਵੇਗਾ, ਪਰ ਯਕੀਨ ਜਾਣਿਓ, ਜੇ ਉਹ ਦੁੱਖ ਨਾ ਹੁੰਦਾ ਤਾਂ ਧਰੁਵ ਨੂੰ ਧਰੁਵ ਭਗਤ ਕਿਸੇ ਨੇ ਨਹੀਂ ਆਖਣਾ ਸੀ। ਜੇ ਰਾਜਾ ਸਿਧਾਰਥ ਨੂੰ ਕਿਸੇ ਦੀ ਮੌਤ ਦਾ ਇੰਨਾ ਦੁੱਖ ਨਾ ਹੁੰਦਾ ਤਾਂ ਸ਼ਾਇਦ ਮਹਾਤਮਾ ਬੁੱਧ ਦਾ ਜਨਮ ਵੀ ਨਾ ਹੁੰਦਾ। ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਕਦੀ ਵੀ ਪੜ੍ਹਨ ਨੂੰ ਨਾ ਮਿਲਦਾ ਜੇ ਮਾਧੋ ਦਾਸ ਬੈਰਾਗੀ ਨੂੰ ਹਿਰਨ ਦੀ ਮੌਤ ਦਾ ਦੁੱਖ ਨਾ ਹੁੰਦਾ। ਇੱਕ ਭੁਲੇਖਾ ਆਪਾਂ ਨੂੰ ਹਮੇਸ਼ਾ ਰਹਿੰਦਾ ਹੈ, ਆਪਾਂ ਹੀ ਦੁਖੀ ਹਾਂ ਅਤੇ ਬਾਕੀ ਸਭ ਸੁਖੀ ਹਨ। ਪਰ ਯਾਦ ਰੱਖਿਓ, ਇਹ ਆਪਾਂ ਉਦੋਂ ਦੇਖਦੇ ਹਾਂ ਜਦੋਂ ਅਸੀਂ ਖੱਡ ਵਿੱਚ ਖੜੇ ਹੋਈਏ, ਡੂੰਘੇ ਸਥਾਨ ਤੇ ਖੜੇ ਹੋਈਏ। ਉਸ ਸਮੇਂ ਸਾਨੂੰ ਲੋਕਾਂ ਦੀਆਂ ਵੱਡੀਆਂ ਵੱਡੀਆਂ ਕੋਠੀਆਂ, ਬਿਲਡਿੰਗਾਂ ਦਿਖ ਜਾਂਦੀਆਂ ਹਨ। ਜਦੋਂ ਉਚਾਈ ਤੇ ਖੜਾਂਗੇ, ਭਾਵ ਗਿਆਨ ਹੋਵੇਗਾ, ਫਿਰ ਦੇਖਣ ਤੇ ਕੀ ਪਾਵਾਂਗੇ ਕਿ ਹਰ ਜਗ੍ਹਾ ਦੁੱਖ ਹੈ, ਸਭ ਹੀ ਦੁਖੀ ਹਨ, ਸਾਰਾ ਸੰਸਾਰ ਹੀ ਦੁਖੀ ਹੈ। ਦੁਨੀਆ ਦੇ 99% ਸਕਸੈਸਫੁਲ ਲੋਕ ਉਹੀ ਨੇ ਜੋ ਦੁੱਖਾਂ ਦੀ ਖੱਡ ਵਿੱਚੋਂ ਨਿਕਲੇ ਹੋਣ, ਦੁੱਖ ਅਨੁਭਵ ਕੀਤਾ ਹੋਵੇ, ਫਿਰ ਉਹਨਾਂ ਨੂੰ ਸੁੱਖ ਮਿਲਿਆ ਹੋਵੇ। ਕੋਈ ਵੀ ਦੁਨੀਆ ਦਾ ਬੰਦਾ ਚਾਹੇ ਕਿਉਂ ਨਾ ਹੋਵੇ, ਉਸ ਨੂੰ ਬਿਨਾਂ ਦੁੱਖਾਂ ਤੋਂ ਸੁੱਖ ਦੀ ਪ੍ਰਾਪਤੀ ਕਦੀ ਵੀ ਨਹੀਂ ਹੁੰਦੀ। ਦੋਸਤੋ, ਕਮਰਾ ਚਾਹੇ ਕਾਗਜ਼ਾਂ ਦੇ ਨਾਲ ਭਰ ਦਈਏ, ਪਰ ਤੀਲੀ ਇੱਕੋ ਹੀ ਬਹੁਤ ਹੁੰਦੀ ਹੈ ਅੱਗ ਲਗਾਉਣ ਵਾਸਤੇ। ਉਸੇ ਤਰ੍ਹਾਂ ਜ਼ਿੰਦਗੀ ਚਾਹੇ ਦੁੱਖਾਂ ਨਾਲ ਕਿੰਨੀ ਵੀ ਭਰੀ ਹੋਈ ਕਿਉਂ ਨਾ ਹੋਵੇ, ਇੱਕ ਸਹੀ ਚਾਂਸ ਬੰਦੇ ਨੂੰ ਸਾਰੇ ਦੁੱਖਾਂ ਚੋਂ ਕੱਢ ਲੈ ਆਉਂਦਾ ਹੈ। ਉਸ ਪਰਮਾਤਮਾ ਦੀ ਇੱਕ ਨਜ਼ਰ ਦੀ ਲੋੜ ਹੈ। ਦੁੱਖ ਚੋਂ ਨਿਕਲਣਾ ਹੈ ਤਾਂ ਭਾਵਨਾ ਬਣਾਉਣੀ ਪਵੇਗੀ, ਸ਼ਰਧਾ ਬਣਾਉਣੀ ਪਵੇਗੀ। ਫਿਰ ਚਾਹੇ ਉਹ ਸ਼ਰਧਾ, ਉਹ ਭਾਵਨਾ ਰੱਬ ਵਿੱਚ ਹੋਵੇ ਜਾਂ ਫਿਰ ਆਪਣੀ ਕਾਬਲੀਅਤ ਦੇ ਵਿੱਚ। ਧੰਨਵਾਦ।